into R be a function as fx equals to this, show that f from n to s, n की है नेचुरल नंबर का सेट एंड s बारे तुहानूं दिता होया वेयर s इज द रेंज ऑफ f, तो यदि रेंज ऑफ f सीधी कोई देती भी n f है जिहड़ा ਉਹ ਨੈਚੁਰਲ ਨੰਬਰਸ ਤੋਂ ਉਹਦੀ ਰੇਂਜ ਵੱਲ ਜਾ ਰਿਹਾ, ਇਟ ਮੀਨਸ ਇਹ ਔਨ ਟੂ ਹੈ, ਠੀਕ ਹੈ ਨਾ। ਸਿੱਧਾ ਹੀ ਇਹਦਾ ਜਿਹੜਾ ਕੋਡ ਮੇਨ ਆ ਉਹ ਕੀ ਹੈ, ਉਹਦੀ ਰੇਂਜ ਦੇ ਇਕੁਅਲ ਹੈ। ਤਾਂ ਜਦੋਂ ਕੋਡ ਮੇਨ ਆਫ ਐਫ ਇਕੁਅਲਸ ਟੂ ਰੇਂਜ ਆਫ ਐਫ ਹੋਵੇ ਤਾਂ ਉਹ ਕੀ ਹੁੰਦਾ, ਔਨ ਟੂ ਫੰਕਸ਼ਨ ਹੁੰਦਾ ਹੈ, ਠੀਕ ਹੈ। ਤਾਂ ਇੱਥੇ ਸਾਨੂੰ ਹੈ ਨਾ ਇਜ਼ ਇਨਵਰਟੀਬਲ, ਫਾਈਂਡ ਦਾ ਇਨਵਰਸ ਆਫ ਐਫ। ਤਾਂ ਐਫ ਐਕਸ ਸਾਨੂੰ ਗਿਵਨ ਸੀਗਾ, ਇਹਨੂੰ ਅਸੀਂ ਉਸੇ ਤਰ੍ਹਾਂ ਕੰਪਲੀਟ ਸਕੁਅਰ ਬਣਾ ਲਿਆ, 2x ਦਾ ਸਕੁਅਰ ਹੋ ਗਿਆ। ਇੱਥੇ ਦੇਖਾਂਗੇ 2 into 2 into 3 ਹੋ ਜਾਏ, 2 into 2x into 3 ਹੋ ਜਾਏ, ਤਾਂ ਹੋ ਗਿਆ 2 into 2x into 3 12x ਹੋ ਜਾਏ। ਆ ਹੋ ਗਿਆ 2 into a, ਹੁਣ ਆ b ਹੈ, ਇਹਦਾ ਮਤਲਬ ਹੁਣ ਇਸ ਤੋਂ ਬਾਅਦ b ਦਾ ਸਕੁਅਰ ਜੋੜ ਦਿਆਂਗੇ, b ਦਾ ਸਕੁਅਰ ਮਾਈਨਸ ਕਰ ਦਿਆਂਗੇ, ਪਲੱਸ 15 ਹੈਗੇ ਸੀ। ਤਾਂ ਆਹ 'ਚ ਇੰਨੀ ਚੀਜ਼ ਤਾਂ ਬਣ ਗਈ 2x plus 3 ਦਾ ਹੋਲ ਸਕੁਅਰ। ਆ ਜੋ ਬਚ ਗਿਆ -9 plus 6 -9 plus 15, ਇਹ ਬਚ ਗਿਆ 6, ਠੀਕ ਹੈ। ਤਾਂ ਹੁਣ ਅਸੀਂ ਇਹਨੂੰ ਸੈਕੰਡ ਮੈਥਡ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਫਸਟ ਮੈਥਡ ਅਸੀਂ ਪਹਿਲਾਂ ਆਲਰੇਡੀ ਕਰਕੇ ਆਏ ਹਾਂ। ਸੈਕੰਡ ਮੈਥਡ ਨਾਲ ਹੁਣ ਇਸ ਕੁਐਸਚਨ ਨੂੰ ਕਰਨ ਦੀ ਕੋਸ਼ਿਸ਼ ਕੀਤੀ, ਤੁਸੀਂ ਚਾਹੋ ਤਾਂ ਫਸਟ ਮੈਥਡ ਨਾਲ ਵੀ ਕਰ ਸਕਦੇ ਹੋ। ਤਾਂ fx = y ਵੇਅਰ ਇਸ ਤਰੀਕੇ ਨਾਲ ਸਾਨੂੰ ਗਿਵਨ ਸੀਗਾ ਇਹ, ਠੀਕ ਹੈ ਜੀ। ਤਾਂ ਅਸੀਂ ਇੱਕ ਫੰਕਸ਼ਨ ਲੈਟ ਕਰਿਆ ਸੀਗਾ, ਲੈਟ y ਬਿਲੋਂਗਸ ਟੂ s such that fx = y। ਤਾਂ ਇਹਦੇ 'ਚ fx = y ਸੀਗਾ, ਤਾਂ fx ਦੀ ਵੈਲਿਊ ਪੁੱਟ ਕਰਤੀ ਆਹ ਵਾਲੀ 2x plus 3 ਦਾ ਹੋਲ ਸਕੁਅਰ ਪਲੱਸ 6 ਉੱਧਰ ਜਾ ਕੇ ਮਾਈਨਸ ਹੋ ਗਿਆ, y -6 ਹੋ ਗਿਆ। ਤਾਂ ਇਹਦਾ ਸਕੁਆਇਰ ਰੂਟ ਲਵਾਂਗੇ ਤਾਂ y -6 ਹੋ ਜਾਊਗਾ। ਇਹਨੂੰ ਵੀ ਹੁਣ ਨੈਗੇਟਿਵ ਲੈਣ ਦੀ ਲੋੜ ਨਹੀਂ, ਕਿਉਂਕਿ ਆਹ ਕੀ ਹੈ, x ਕੀ ਹੈ, ਨੈਚੁਰਲ ਨੰਬਰ। ਤਾਂ ਨੈਚੁਰਲ ਨੰਬਰ ਨੂੰ 2 ਨਾਲ ਮਲਟੀਪਲਾਈ ਕਰੋਗੇ, ਨੈਚੁਰਲੀ ਰਹੂਗਾ, 3 ਨਾਲ ਮਲਟੀਪਲਾਈ ਨੈਚੁਰਲੀ ਰਹੂਗਾ। ਨੈਗੇਟਿਵ ਇਹਦੀ ਵੈਲਿਊ ਆਈ ਸਰ, ਇਹ ਪੋਜ਼ੀਟਿਵ ਹੀ ਰਹੇਗੀ, ਠੀਕ ਹੈ ਨਾ। ਇੱਥੋਂ ਵੀ ਅਸੀਂ 2x ਦੀ ਵੈਲਿਊ 3 ਉੱਧਰ ਜਾ ਕੇ ਮਾਈਨਸ ਹੋ ਗਿਆ, 2 ਨਾਲ ਡਿਵਾਈਡ ਹੋ ਗਿਆ, ਤਾਂ x ਦੀ ਵੈਲਿਊ ਕੀ ਆ ਗਈ, स्क्वायर रूट ऑफ y -6 -3/2, ठीक है। ਹੁਣ ਅਸੀਂ ਇਸ ਵੈਲਿਊ ਦੀ ਹੈਲਪ ਨਾਲ ਅਸੀਂ ਇੱਕ ਹੋਰ ਫੰਕਸ਼ਨ ਡਿਫਾਈਨ ਕੀਤਾ g ਫਰੋਮ ਇਹਦੀ ਕੋਡੋਮੇਨ ਤੋਂ ਇਹਦੇ ਉਸ ਤੋਂ ਬਾਅਦ ਡੋਮੇਨ ਵਾਲਾ s to n such that gy equals to this, ठीक है ना। ਨਾਓ g of fx फाइंड करांगे, g of fx हो जाएगा, fx की वैल्यू पुट करती, ठीक है। तो fx की वैल्यू तो असी अगे देखो fx की वैल्यू असी पुट करके उस तो बाद g ऑफ दिस फाइंड करना, g ऑफ दिस कितना फाइंड होएगा, जी वाई की वैल्यू आसी y की थां ते हुण आ पुट कर देना सारा, इन्ना सारा जो भी है। तो y की जगह ते असी लिखता 2x + 3 का होल स्क्वायर प्लस 6 -3 है ना। तो एक ही बन गया 6 कैंसिल हो जाएगा, आ ही रहेगा 2x + 3 का होल स्क्वायर का स्क्वायर रूट -3 हूँ यदा स्क्वायर रूट का स्क्वायर करेंगे तो स्क्वायर रूट करेंगे तो की हो जाएगा, दोनों कैंसिल हो जाएंगे, 2x + 3 -3 हो जाएगा, 3 कैंसिल हो जाएगा, 2x/2 रह जाएगा, 2 कैंसिल होकर x आ गया। एक ही आ गया GOF(x = x), इट मीनस GOF की है आइडेंटिटी। इस तरह FOGY फाइंड करते हैं, हम GY की वैल्यू लिख ली, तो FX सीगा 2x + 3 का होल स्क्वायर माइनस 2x + 3 का होल स्क्वायर प्लस 6, तो x की थां ते हुण आ वैल्यू x की वैल्यू पुट करती, इत्थे 2 ਨਾਲ 2 कैंसिल हो जाएगा, y स्क्वायर रूट ऑफ y -6 -3 + 3 हो जाएगा, 3 कैंसिल हो जाएंगे, ये स्क्वायर रूट का स्क्वायर हो जाएगा, स्क्वायर रूट खत्म हो जाएंगे, कि रह जाएगा y -6 + 6 और 6 भी खत्म होकर y। ਇਹਦਾ मतलब GOF भी एक आइडेंटिटी फंक्शन है, तो FOG भी एक आइडेंटिटी फंक्शन है। इस तो की पता चलिया f इनवर्टिबल है, तो आ जो GX असीं लिया सी यही साडा f का इनवर्स है, यही असीं फाइंड करना सी। नैक्सट है साडा एग्जाम्पल 42, let a = r सैट ऑफ 3, यानी r दे विचों रियल नंबर के विचों 3 नूं छड्ड के बाकी सब
ਇਹਦੇ ਵਿੱਚ ਆ ਜਾਣਗੇ। ਇਸੇ ਤਰ੍ਹਾਂ b ਇਕੁਅਲ ਟੂ r ਮਾਈਨਸ 1 ਹੈ, ਯਾਨੀ 1 ਨੂੰ ਛੱਡ ਦਈਏ ਰੀਅਲ ਨੰਬਰ ਦੇ ਵਿੱਚੋਂ, ਇੱਕ 1 ਤੋਂ ਬਿਨਾਂ ਬਾਕੀ ਸਾਰੇ ਰੀਅਲ ਨੰਬਰ ਦੇ ਵਿੱਚ ਹੈ। ਕੰਸੀਡਰ ਅ ਫੰਕਸ਼ਨ f from a to b defined by fx equals to x minus 2 upon x minus 3. Show that f is 1 1 on 2. Hence find f inverse. Also find x if f inverse x equals to given है and f inverse 7 ਦੀ ਵੈਲਿਊ ਫਾਈਂਡ ਕਰ। ਇਹਦੇ ਵਿੱਚ ਤੁਸੀਂ ਦੇਖੋ ਸਾਨੂੰ ਕਿਹਾ ਗਿਆ find show that f is 1 1 on 2. ਇਟ ਮੀਨਸ ਅਸੀਂ ਇਹਦੇ ਚ ਸੈਕੰਡ ਵਾਲਾ ਜਿਹੜਾ ਸੀਗਾ ਮੈਥਡ ਉਹ ਨਹੀਂ ਲਾ ਸਕਦੇ, ਸਾਨੂੰ ਫਸਟ ਹੀ ਲਾਉਣਾ ਪੈਣਾ, ਉਹਦੇ ਚ ਅਸੀਂ 1 1 ਤੇ on 2 ਪ੍ਰੂਵ ਕਰਦੇ ਹਾਂ। ਇੰਜੈਕਟਿਵਿਟੀ 1 1 ਪ੍ਰੂਵ ਕਰਨ ਵਾਸਤੇ ਅਸੀਂ ਕੀ ਕਰਦੇ ਹੁੰਦੇ ਹਾਂ, ਲੈਟ ਕਰਦੇ ਹੁੰਦੇ ਹਾਂ x1 x2 ਬਿਲੋਂਗਸ ਟੂ ਡੋਮੇਨ such that fx1 equals to fx2, fx1 ਦੀ fx2 ਦੀ ਵੈਲਿਊ ਲਿਖ ਲਈ, ਕ੍ਰਾਸ ਮਲਟੀਪਲਾਈ ਕਰ ਦੇंगे इधर, ठीक है ना, मल्टीप्लाई करके ब्रैकेट्स ओपन कर देंगे, ਇਹਦੇ ਚੋਂ ਆ ਚੀਜ਼ ਕੈਂਸਲ ਹੋ ਜਾਏਗੀ, ਪਹਿਲਾਂ ਤਾਂ x1 x2, ਠੀਕ ਹੈ ਨਾ, ਤੇ ਆ ਮਾਈਨਸ ਦਾ 3x1 ਤੇ ਮਾਈਨਸ 2x2 ਰਹਿ ਗਿਆ, 6 ਨਾਲ 6 ਵੀ ਕੈਂਸਲ ਹੋ ਜਾਏਗਾ, ਇੱਧਰ ਮਾਈਨਸ 2x1 ਮਾਈਨਸ 3x2 ਰਹਿ ਗਿਆ, ਠੀਕ ਹੈ ਨਾ। ਤਾਂ ਕੀ ਕਰਿਆ ਅਸੀਂ, ਆ ਮਾਈਨਸ 2x2 ਨੂੰ ਉੱਧਰ ਲੈ ਗਏ, ਪਲੱਸ ਦਾ ਹੋ ਗਿਆ, ਆ ਮਾਈਨਸ 2x1 ਨੂੰ ਇੱਧਰ x1 ਵਾਲੇ ਇੱਕ ਪਾਸੇ ਇਕੱਠੇ ਕਰ ਲਏ, x2 ਵਾਲੇ ਇੱਕ ਪਾਸੇ ਇਕੱਠੇ ਕਰ ਲਏ, ਇਹ ਹੋ ਗਿਆ ਮਾਈਨਸ x1 ਇਕੁਅਲ ਟੂ ਮਾਈਨਸ ਮਾਈਨਸ ਕੈਂਸਲ ਹੋ ਕੇ ਕੀ ਆ ਗਿਆ x1 ਇਕੁਅਲ ਟੂ x2, ਇਹਦਾ ਮਤਲਬ f is 1 1। ਹੁਣ ਅਸੀਂ ਕੀ ਕਰਦੇ ਹੁੰਦੇ ਹਾਂ, ਨੈਕਸਟ ਔਨ ਟੂ ਪ੍ਰੂਵ ਕਰਨ ਵਾਸਤੇ ਆਬਜੈਕਟ ਅਸੀਂ ਕੀ ਕਰਦੇ ਹੁੰਦੇ ਹਾਂ, ਕੋ ਡੋਮੇਨ ਦੇ ਵਿੱਚ ਇੱਕ ਐਲੀਮੈਂਟ y ਲੈ ਲਿਆ ਸੱਚ ਦੈਟ fx ਇਕੁਅਲ ਟੂ y, fx ਦੀ ਵੈਲਿਊ ਤਾਂ ਇਹਨੂੰ ਕ੍ਰਾਸ ਮਲਟੀਪਲਾਈ ਕਰਾਂਗੇ ਤੇ x ਵਾਲੇ ਟਰਮ ਇੱਕ ਪਾਸੇ ਇਕੱਠੇ ਕਰ ਲਾਂਗੇ, ਆ x ਵਾਲਾ ਟਰਮ ਇੱਧਰ ਆ ਜਾਊਗਾ, 2 ਇੱਧਰ ਆ ਜਾਊਗਾ, ਇਹਦੇ ਚੋਂ x ਦੀ ਵੈਲਿਊ ਫਾਈਂਡ ਕਰਨ ਵਾਸਤੇ x ਕਾਮਨ ਲੈ ਲਿਆ ਤਾਂ 1 ਮਾਈਨਸ y ਇਕੁਅਲ ਟੂ, ਆ 1 ਮਾਈਨਸ y ਨੂੰ ਅਸੀਂ ਇੱਧਰ ਜਾ ਕੇ ਡਿਵਾਈਡ ਕਰ ਦਿੰਦੇ ਤਾਂ x ਇਕੁਅਲ ਟੂ 2 ਮਾਈਨਸ 3y ਅਪੋਨ 1 ਮਾਈਨਸ y, ਇਹ ਬਿਲੋਂਗਸ ਟੂ b ਹੋਣਾ ਚਾਹੀਦਾ ਸੀ, ਇਹ ਬਿਲੋਂਗਸ ਟੂ a ਹੋਣਾ ਚਾਹੀਦਾ ਸੀਗਾ, ਬਿਲੋਂਗਸ ਟੂ a ਕੀ ਹੈ, ਇੱਥੇ a ਲਿਖਣਾ ਸੀ, ਮਿਸਟੇਕ ਹੈ ਸਾਡੇ ਕੋਲੇ, ਅਸੀਂ r ਲਿਖਿਆ ਹੋਇਆ ਹੈ, ਇਹਦੀ ਜਗ੍ਹਾ ਤੇ a ਆਉਣਾ ਸੀ, ਕਿਉਂਕਿ ਇਹ x ਦੀ ਜੋ ਵੈਲਿਊ ਹੈ ਉਹ ਡੋਮੇਨ ਦੇ ਵਿੱਚ ਹੁੰਦੀ ਹੈ। ਡੋਮੇਨ ਕੀ ਸੀਗਾ ਸਾਡਾ, r-3, ਯਾਨੀ ਇਹਦੀ ਵੈਲਿਊ 3 ਨਹੀਂ ਹੋਣੀ ਚਾਹੀਦੀ, ਇੱਕ ਤਾਂ ਦੂਜੀ ਗੱਲ ਰੀਅਲ ਨੰਬਰ ਹੋਣੀ ਚਾਹੀਦੀ ਹੈ ਫॉर ਆਲ y। ਹੁਣ ਸਾਨੂੰ ਪਤਾ ਹੈ y ਹੈ ਜਿਹੜਾ ਉਹ b ਨੂੰ ਬਿਲੋਂਗ ਕਰਦਾ ਸੀ, ਤਾਂ y ਦੀ ਵੈਲਿਊ ਕੀ ਹੈ, 1 ਨਹੀਂ ਹੈਗੀ, 1 ਤੋਂ ਬਿਨਾਂ ਬਾਕੀ ਸਾਰੀਆਂ ਵੈਲਿਊਜ਼। ਇੱਥੇ ਹੇਠਾਂ ਕੀ ਸੀਗਾ 1 ਮਾਈਨਸ y, ਇਹਨੇ ਰੀਅਲ ਕਦੋਂ ਨਹੀਂ ਸੀ ਹੋਣਾ, ਜਦੋਂ ਇਹਦੀ ਵੈਲਿਊ 1 ਮਾਈਨਸ y, ਜਦੋਂ ਆ 1 ਮਾਈਨਸ y 0 ਹੋ ਸਕਦਾ, ਤੇ 1 ਮਾਈਨਸ y 0 ਕਦੇ ਹੋ ਹੀ ਨਹੀਂ ਸਕਦਾ ਕਿਉਂਕਿ y ਦੀ ਵੈਲਿਊ 1 ਹੈ ਹੀ ਨਹੀਂ, y ਦੇ ਵਿੱਚ y ਕਿਹਦਾ ਐਲੀਮੈਂਟ ਹੈ, r ਮਾਈਨਸ 1 ਦਾ, ਯਾਨੀ ਇਹ 'ਚ 1 ਹੈ ਹੀ ਨਹੀਂ ਸੀਗਾ, ਉਹ ਰੀਅਲ ਨੰਬਰ ਹੈ ਜਿਹੜੇ 1 ਨਹੀਂ ਹੈਗੇ, ਤਾਂ ਇਹਦਾ ਮਤਲਬ ਆਹ ਚੀਜ਼ ਕਦੇ 0 ਨਹੀਂ ਹੋਏਗੀ, ਜੇ ਆਹ ਕਦੇ 0 ਨਹੀਂ ਹੋਏਗੀ ਤਾਂ ਆ ਜਿਹੜਾ ਨੰਬਰ ਹੈ ਸਾਰਾ ਇਹ ਹਮੇਸ਼ਾ ਰੀਅਲ ਨੰਬਰ ਰਹੇਗਾ, ਠੀਕ ਹੈ ਨਾ। ਤੇ ਨਾਲੇ ਅਸੀਂ ਇਹ ਖਿਆਲ ਕਰਨਾ ਵੀ ਜਿਹੜਾ x ਦੀ ਵੈਲਿਊ ਹੈ ਉਹ ਰੀਅਲ ਨੰਬਰ ਤਾਂ ਠੀਕ ਹੈ, 3 ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਬਿਲੋਂਗਸ ਟੂ r-3 ਹੈ, ਇਹ ਵੀ ਅਸੀਂ ਚੈੱਕ ਕਰਨਾ ਪਊਗਾ ਵੀ x ਦੀ ਵੈਲਿਊ 3 ਤਾਂ ਨਹੀਂ ਕਿਤੇ, ਤਾਂ ਉਹ ਅਸੀਂ ਕੀ ਕਰਦੇ ਹਾਂ, ਅਸੀਂ ਪੁੱਟ ਕਰਕੇ ਦੇਖਦੇ ਹਾਂ ਵੀ x ਦੀ ਜੋ ਵੈਲਿਊ ਹੈ ਉਹ ਅਸੀਂ ਪੁੱਟ ਕਰ ਲਿਆ 3 ਦੇ ਇੱਕੋ। ਹੁਣ ਅਸੀਂ ਇਹਨੂੰ ਕ੍ਰਾਸ ਮਲਟੀਪਲਾਈ ਕਰਾਂਗੇ ਇੱਧਰ ਤਾਂ 2 ਮਾਈਨਸ 3y ਇਕੁਅਲ ਟੂ ਆ 3, ਇੱਧਰ 1 ਮਾਈਨਸ y, ਇੱਧਰ 3 ਨਾਲ ਮਲਟੀਪਲਾਈ ਹੋ ਕੇ 3 ਮਾਈਨਸ 3y ਹੋ ਜਾਊਗਾ, 3y ਕੈਂਸਲ ਹੋ ਕੇ 2 ਇਕੁਅਲ ਟੂ 3 ਹੋ ਜਾਊਗਾ, ਵਿਚ ਇਜ਼ ਨਾਟ ਪੋਸੀਬਲ। ਇਹਦਾ ਮਤਲਬ x ਦੀ ਵੈਲਿਊ ਵੀ 3 ਵੀ ਨਹੀਂ ਹੋ ਸਕਦੀ, x ਬਿਲੋਂਗਸ ਟੂ ਰੀਅਲ ਨੰਬਰ ਹੈ ਤੇ x ਇਜ਼ ਨਾਟ ਇਕੁਅਲ ਟੂ 3 ਹੈ, ਇਹਦਾ ਮਤਲਬ x ਬਿਲੋਂਗਸ ਟੂ r-3 ਹੈ ਵਿਚ ਇਜ਼ a, ਠੀਕ ਹੈ ਕਿ ਤਾਂ ਇਹਦਾ ਮਤਲਬ for every y belongs to b there exists x belongs to a such that fx equals to fx ਦੀ ਵੈਲਿਊ, x ਦੀ ਵੈਲਿਊ ਪੁੱਟ ਕਰਤੀ, f of fx ਦਾ ਜਿਹੜਾ ਫਾਰਮੂਲਾ ਉਹ ਲਾ ਲਿਆ, fx equal to ਕੀ x minus 2 upon x minus 3, x ਦੀ ਥਾਂ ਤੇ ਅਸੀਂ ਆ ਪੁੱਟ ਕਰਤਾ this minus 2 this minus 3, LCM ਲੈ ਕੇ ਸੋਲਵ ਕੀਤਾ ਤੇ y ਆ ਗਿਆ, ਇਹਦਾ ਮਤਲਬ y f ਜਿਹੜਾ on to ਹੈ, on to ਦਾ y ਡਾਇਰੈਕਸ਼ਨ ਹੈ, y ਡਾਇਰੈਕਸ਼ਨ ਹੈ ਤਾਂ ਇਨਵਰਟਿਵ ਹੈ। ਹੁਣ ਇਹਦਾ ਇਨਵਰਸ ਫਾਈਂਡ ਕਰ ਲਿਆ, ਇਨਵਰਸ ਫਾਈਂਡ ਕਰਨ ਵਾਸਤੇ ਲੈਟ ਕਰ ਲਿਆ f ਇਨਵਰਸ ਇਹਦਾ ਇਨਵਰਸ ਹੈ ਤਾਂ f ਇਨਵਰਸ ਸ਼ੁੱਡ ਬੀ ਇਕੁਅਲ ਟੂ fx, ਸ਼ੁੱਡ ਬੀ ਇਕੁਅਲ ਟੂ x ਹੈ ਨਾ, ਇਹਦਾ ਮਤਲਬ ਅੰਦਰ ਲੈ ਜੀ f ਇਨਵਰਸ x ਇਕੁਅਲ ਟੂ, ਤਾਂ x ਦੀ ਥਾਂ ਤੇ fx ਦੇ ਵਿੱਚ ਆ ਵੈਲਿਊ ਪੁੱਟ ਕਰ ਦਿਓ, f ਇਨਵਰਸ x ਮਾਈਨਸ
2 upon f इनवर्स x माइनस 3 इक्वल्स टू x ਇਹਨੂੰ ਇੱਧਰ ਲੈ ਕੇ ਮਲਟੀਪਲਾਈ ਕਰ ਲਿਆ ਠੀਕ ਹੈ ਨਾ ਤਾਂ f ਇਨਵਰਸ x ਮਾਈਨਸ 2 ਇਕੁਅਲਸ ਟੂ x ਇੰਟੂ f ਇਨਵਰਸ x ਇਹਦੇ 'ਚ ਹੁਣ x ਮਲਟੀਪਲਾਈ ਹੋ ਰਿਹਾ ਇਹ f ਇਨਵਰਸ ਵਾਲਾ ਇੱਧਰ ਲਿਆਉਟਾ ਸਾਰੇ ਇਹਨੂੰ x ਨਾਲ ਮਲਟੀਪਲਾਈ ਕਰਾਂਗੇ ਇਹਨੂੰ ਵੀ x ਨਾਲ ਮਲਟੀਪਲਾਈ ਕਰਾਂਗੇ ਇਹ ਤਾਂ ਹੋ ਜਾਊਗਾ ਮਾਈਨਸ 3x ਆ 2 ਮਾਈਨਸ ਦਾ ਇੱਧਰ ਜਾ ਕੇ ਪਲੱਸ ਹੋ ਜਾਊਗਾ ਤਾਂ 2 ਮਾਈਨਸ 3x ਹੋ ਗਿਆ ਆਹ ਚੀਜ਼ ਹੈ ਜਿਹੜੀ ਇਹ ਇੱਧਰ ਜਾ ਕੇ ਮਾਈਨਸ ਦੀ ਹੋਈ ਇਹਦੇ 'ਚੋਂ f ਇਨਵਰਸ x ਕਾਮਨ ਲਿਆ ਤਾਂ 1 ਮਾਈਨਸ x ਇਕੁਅਲ ਟੂ 2 ਮਾਈਨਸ 3x ਤਾਂ f ਇਨਵਰਸ x ਦੀ ਵੈਲਿਊ ਆ ਗਈ 2 ਮਾਈਨਸ 3x ਅਪੋਨ 1 ਮਾਈਨਸ x which is the required inverse function ठीक है ना ਹੁਣ f ਇਨਵਰਸ 4 ਦੀ f ਇਨਵਰਸ x ਦੀ ਸਾਨੂੰ ਵੈਲਿਊ ਦਿੱਤੀ ਹੈ ਸਾਨੂੰ ਪੁੱਛਿਆ x ਦੀ ਵੈਲਿਊ ਫਾਈਂਡ ਕਰੋ ਅਸੀਂ f ਇਨਵਰਸ x equals to 4 ਲਿਖ ਲਿਆ f ਇਨਵਰਸ x ਦੀ ਵੈਲਿਊ हम जो फाइंड की थी लिख ली ਤੇ ਕ੍ਰਾਸ ਮਲਟੀਪਲਾਈ ਕਰ ਲਿਆ x ਦੀ ਵੈਲਿਊ 2 ਆ ਗਈ ਇਹ ਸਾਨੂੰ ਕਰਨਾ ਹੁੰਦਾ ਈਜ਼ੀ ਕਰਨਾ ਹੈ ਨਾ ਐਸੇ ਤਰੀਕੇ ਨਾਲ f ਇਨਵਰਸ x ਸਾਨੂੰ f ਇਨਵਰਸ 7 ਫਾਈਂਡ ਕਰਨ ਨੂੰ ਕਿਹਾ f ਇਨਵਰਸ x ਦੇ ਵਿੱਚ x ਦੀ ਥਾਂ ਤੇ 7 ਪੁੱਟ ਕਰ ਦੇਵਾਂਗੇ ਤਾਂ 19/6 ਦਾ ਆਨਸਰ ਆ ਜਾਊਗਾ ਠੀਕ ਹੈ ਜੀ ਨੈਕਸਟ ਹੈ ਸਾਡੇ ਕੋਲ ਐਗਜ਼ਾਮਪਲ 43 let s equals to abc t equals to 1 2 3 find f inverse of the following function f from s to t if it exists f equals to ਦਿੱਤਾ ਹੋਇਆ a3 b2 c1 ਪਹਿਲਾਂ ਤਾਂ ਅਸੀਂ ਚੈੱਕ ਕਰੀਏ ਵੀ ਇਹ ਬਾਈਜੈਕਸ਼ਨ ਹੈਗੀ ਆਪਣੀ ਬਾਈਜੈਕਸ਼ਨ ਵਾਸਤੇ ਇੰਜੈਕਟਿਵਿਟੀ ਚੈੱਕ ਤੇ ਸਬਜੈਕਟਿਵਿਟੀ ਚੈੱਕ ਕਰਨੀ ਪੈਣੀ ਤਾਂ ਕਿਉਂਕਿ ਫਾਈਨਾਈਟ ਫੰਕਸ਼ਨ ਹੀ ਹੈ ਇਹ ਤਾਂ ਸਾਰੇ ਫਾਈਨਾਈਟ ਹੀ ਸੀਗੇ ਸੈੱਟ ਹਨ ਮੇਨ ਤੇ ਰੇਂਜ ਸਾਰੀਆਂ ਫਾਈਨਾਈਟ ਸੀਗੀਆਂ ਇਹ ਤਾਂ ਸਿੱਧਾ ਹੀ ਚੈੱਕ ਹੋ ਸਕਦਾ ਵੀ ਹਰੇਕ ਦੀ ਅਸੀਂ ਚੈੱਕ ਕਰ ਸਕਦੇ ਹਾਂ ਵੀ ਹਰੇਕ ਐਲੀਮੈਂਟ ਦੀ ਜਿਹੜੀ ਇਮੇਜ ਹੈਗੀ ਆ ਉਹ ਹੈਗੀ ਆ ਡਿਫਰੈਂਟ ਹੈ ਇਹਦਾ ਮਤਲਬ ਹੈਂਸ different elements of S has different images in T ठीक है S ਦੇ ਵਿੱਚ ਜਿਹੜੇ ਐਲੀਮੈਂਟਸ ਆ ਉਹ ਹਰੇਕ ਐਲੀਮੈਂਟ ਦੀ ਅੱਡ-ਅੱਡ ਇਮੇਜ ਹੈ ਜਿਵੇਂ A ਦੀ 3 ਹੈ B ਦੀ 2 ਹੈ C ਦੀ 1 ਹੈ ਤਾਂ ਸਭ ਦੀ ਡਿਫਰੈਂਟ ਇਮੇਜ ਹੈ ਦਾ ਮਤਲਬ F ਕੀ ਹੈ 1 1 ਐਸੇ ਤਰੀਕੇ ਨਾਲ ਇਹਦੇ ਜੇ ਅਸੀਂ ਰੇਂਜ ਫਾਈਂਡ ਕਰੀਏ ਰੇਂਜ ਦੇ ਵਿੱਚ ਕੀ ਆ ਜਾਊਗਾ ਆ ਤਿੰਨ ਐਲੀਮੈਂਟਸ ਆ ਜਾਣਗੇ 1 2 3 which is equal to ਕੋਡੋਮੇਨ ਠੀਕ ਹੈ ਹੁਣ ਜੇ ਰੇਂਜ ਕੋਡੋਮੇਨ ਦੇ ਇਕੁਅਲ ਹੋਵੇ ਤਾਂ ਕੀ ਹੁੰਦਾ ਉਹ ਫੰਕਸ਼ਨ ਔਨ ਟੂ ਹੁੰਦਾ ਇਹਦਾ ਮਤਲਬ F ਕੀ ਹੋਗੀ 1 1 on 2 होगी ਇਹਦਾ ਮਤਲਬ f ਬਾਈਜੈਕਸ਼ਨ ਹੈ ਇਹਦਾ ਮਤਲਬ ਇਨਵਰਟੀਬਲ ਹੈ ਤਾਂ ਇਹਦਾ ਇਨਵਰਸ ਫਾਈਂਡ ਕਰ f ਇਨਵਰਸ ਕਿਦਾਂ ਫਾਈਂਡ ਹੋਏਗਾ ਐਲੀਮੈਂਟਸ ਉਲਟੇ ਕਰ ਦੇਣੇ 3 ਇੱਧਰ ਚਲੇ ਜਾਵੇ 2 b 1 c ਠੀਕ ਹੈ ਇਹਦਾ ਇਨਵਰਸ ਐਲੀਮੈਂਟ ਫੰਕਸ਼ਨ ਹੈ ਜਿਹੜਾ ਅਸੀਂ ਲਿਖਤਾ ਐਸੇ ਤਰ੍ਹਾਂ ਦੂਸਰਾ ਜਿਹੜਾ ਫੰਕਸ਼ਨ ਹੈ a2 b1 c1 ਤਾਂ ਜੇ ਦੇਖੀਏ ਪਹਿਲਾਂ ਵੀ ਇਹ ਬਾਈਜੈਕਸ਼ਨ ਹੈਗੀ ਇਹ ਬਾਈਜੈਕਸ਼ਨ ਨਹੀਂ ਹੈਗੀ ਕਿਉਂ ਨਹੀਂ ਹੈਗੀ क्योंकि ये 1 1 नहीं है बी की इमेज भी 1 सी की इमेज भी 1 ਇਹਦਾ ਮਤਲਬ एफ बी की वैल्यू 1 एफ सी की वैल्यू 1 ਇਹਦਾ ਮਤਲਬ एफ इज नॉट 1 1 ਜੇ 1 1 ਹੀ ਨਹੀਂ ਹੈਗਾ ਤਾਂ ਬਾਈਜੈਕਸ਼ਨ ਨਹੀਂ ਹੈਗਾ ਤੇ ਜੇ ਬਾਈਜੈਕਸ਼ਨ ਨਹੀਂ ਹੈਗਾ ਤਾਂ ਇਹਦਾ ਇਨਵਰਸ ਐਗਜ਼ਿਸਟ ਨਹੀਂ ਕਰਦਾ ਨੈਕਸਟ ਹੈ ਸਾਡੇ ਕੋਲ ਐਗਜ਼ਾਮਪਲ 44 ਲਾਸਟ ਐਗਜ਼ਾਮਪਲ if the function f and g ਦੋਨੇ r to r ਹੈ be defined by fx equals to 2x minus 3 and gx equals to x cube plus 5 then find the value of fog inverse x fog inverse x ਦੀ ਵੈਲਿਊ ਫਾਈਂਡ ਕਰਨੀ ਤਾਂ ਐਸੀ ਕੀ ਕਰੀਏ ਪਹਿਲਾਂ ਤਾਂ fog ਫਾਈਂਡ ਕਰੀਏ ਫਿਰ ਉਹਦਾ ਇਨਵਰਸ ਫਾਈਂਡ ਕਰਾਂਗੇ f ਤੇ g ਸਾਨੂੰ ਦਿੱਤੇ ਆ ਦੋਹਾਂ ਦੀ ਰੇਂਜ ਕਿਉਂਕਿ r to r ਹੀ ਹੈ ਤਾਂ FOG ਦੀ ਰੇਂਜ ਵੀ R to R ਹੋ ਜਾਏਗੀ ਤਾਂ FOG x ਕਾਹਦੇ ਇਕੁਅਲ ਹੋ ਜਾਏਗਾ f of gx ਤੁਹਾਨੂੰ ਪਤਾ ਹੈ x cube plus 5 ਹੈ ਤਾਂ f of x cube plus 5 ਕੀ ਹੋ ਜਾਏਗਾ ਇਹਦੇ ਵਿੱਚ x ਦੀ ਥਾਂ ਤੇ x cube plus 5 ਪੁੱਟ ਕਰ ਦੇਣਾ ਇਹਦਾ ਆਨਸਰ ਆ ਜਾਊਗਾ 2x cube plus 7 ਠੀਕ ਹੈ ਇਹ ਸਾਡਾ ਹੁਣ ਫੰਕਸ਼ਨ ਹੋ ਗਿਆ ਆਹ ਫੰਕਸ਼ਨ ਹੋ ਗਿਆ ਇਹਦਾ ਇਨਵਰਸ ਫਾਈਂਡ ਕਰਨਾ ਇਸ ਤਰ੍ਹਾਂ ਹੀ ਸਾਰਾ ਕੁਝ ਫਾਈਂਡ ਕਰਾਂਗੇ ਪਹਿਲਾਂ ਇਹਦੀ ਅਸੀਂ ਚੈੱਕ ਕਰਾਂਗੇ ਇਹ ਬਾਈਜੈਕਟਿਵ ਹੈਗਾ ਕਿ ਨਹੀਂ ਬਾਈਜੈਕਸ਼ਨ ਹੈਗਾ ਕਿ ਨਹੀਂ ਬਾਈਜੈਕਸ਼ਨ ਹੈਗਾ ਤਾਂ ਫਿਰ ਇਹਦਾ ਇਨਵਰਸ ਫਾਈਂਡ ਹੋਏਗਾ ਤਾਂ ਪਹਿਲਾਂ ਇਹਦੀ ਇਸੇ ਤਰ੍ਹਾਂ ਬਾਈਜੈਕਸ਼ਨ ਫਾਈਂਡ ਕਰਨ ਵਾਸਤੇ ਕੀ ਕਰਨਾ ਹੈ ਲੈਟ x1 x2 ਬਿਲੋਂਗ ਟੂ r ਡੋਮੇਨ ਦੇ ਵਿੱਚੋਂ ਲੈ ਲਿਆ ਸੱਚ ਦੈਟ fog x1 ਇਕੁਅਲ ਟੂ fog x2 fog x ਦੀ ਵੈਲਿਊ ਜੋ ਸੀਗੀ ਉਹਦੇ ਅਕੋਰਡਿੰਗਲੀ fog x1 ਤੇ fog x2 ਦੀ ਵੈਲਿਊ ਲਿਖੀ
7 7 कैंसिल हो गए, 2 2 कैंसिल हो जाएंगे, x1 क्यूब इक्वल टू x2 क्यूब आ जाएगा, ऐसा मतलब x1 इक्वल टू x2 आ जाएगा, एफ ओ जी की हो गया 1 1। ऐसे तरह ਸਰਜੈਕਟਿਵਿਟੀ ਵਾਸਤੇ ਕੀ ਕਰਾਂਗੇ, ਅਸੀਂ ਲੈਟ ਕਰਾਂਗੇ y ਬਿਲੋਂਗਸ ਟੂ r ਸੱਚ ਦੈਟ ਐਫ ਓ ਜੀ ਐਕਸ ਇਕੁਅਲ ਟੂ y, ਠੀਕ ਹੈ ਨਾ। ਐਫ ਓ ਜੀ ਦੀ ਵੈਲਿਊ, ਐਫ ਓ ਜੀ ਐਕਸ ਦੀ ਵੈਲਿਊ ਪੁੱਟ ਕਰਤੀ ਇਕੁਅਲ ਟੂ y, ਇੱਥੋਂ ਅਸੀਂ x ਦੀ ਵੈਲਿਊ ਫਾਈਂਡ ਕਰਨੀ ਹੈ, ਤਾਂ x ਦੀ ਵੈਲਿਊ ਆ ਗਈ y ਮਾਈਨਸ 7/2 ਦਾ ਕਿਊਬ ਰੂਟ। ਹੁਣ ਉਸੇ ਤਰ੍ਹਾਂ ਕਿਉਂਕਿ ਇਹ ਸਾਡੇ ਕੋਲੇ ਆਪਣਾ फ्रैक्शन की फॉर्म च आ गया, पी बाई क्यू की फॉर्म च आ गया, तो यदा जो डिनोमीनेटर है वो 0 नहीं हो सकता, इस करके आ वाला जो अंदर जो y माइनस 7/2 है ये एक रियल नंबर हो जाएगा, तो ये जो पावर 1/3 करा तो वह भी एक रियल नंबर ही आएगी। तो यदा मतलब की हो गया x बिलोंग्स टू r हो गया फॉर ऑल y बिलोंग्स टू r, ठीक है। तो ये हम एफ ओ जी एक्स की वैल्यू फाइंड करा इक्वल टू एफ ओ जी एक्स इक्वल टू वाई होना चाहिए, एफ ओ जी एक्स की वैल्यू पुट करके असी करना था, फिर एफ ओ जी ऑफ समथिंग ये होना चाहिए 2x का क्यूब, आ एक्स है साडा 2x का क्यूब प्लस 7, आ क्यूब रूट का क्यूब खत्म हो जाएगा एक दूसरे नाल, की बचूगा y माइनस 7/2 ही बचूगा, 2 ना मल्टीप्लाई 2 ना 2 कैंसिल हो जाएगा, y माइनस 7 प्लस 7 हेठा फिर प्लस माइनस y 7 खत्म होके y रह जाएगा। तो एफ ओ जी एक्स इक्वल टू वाई है, मतलब एफ ओ जी की हो गया ऑन टू हो गया, मतलब एफ ओ जी बाइजेक्शन हो गया, यदा मतलब एफ ओ जी की है इनवर्टिबल है। तो सिंस हम एफ ओ जी इनवर्टिबल है तो मतलब एफ ओ जी का इनवर्स एग्जिस्ट करता है, तो एफ ओ जी इनवर्स का असी आ इनवर्स लै लिया, एफ ओ जी का एफ ओ जी इनवर्स इज द रिक्वायर्ड इनवर्स। तो इन्हों दोनों का कंपोजिशन का जोड़ा है उनके वो की होना चाहिए आइडेंटिटी फंक्शन, मतलब एक्स से लावे तो इक्वल टू एक्स होना चाहिए, ठीक है ना। तो ये हम आ जोड़ा इनवर्स है इनू अप्लाई करा पहला, तो 2FOG इनवर्स एक्स हो जाएगा, ठीक है ना। तो 2 ऑफ एक्स की थां पर हम आ वैल्यू पुट करी जाए, एक्स की वैल्यू FOG इनवर्स एक्स का क्यूब प्लस 7 इक्वल टू एक्स, है ना। तो ये 7 पहला इधर जाके माइनस हो गया, 2 इधर जाके डिवाइड हो गया, तो ये आ गया सी FOG इनवर्स एक्स के क्यूब की वैल्यू आ गई। यदा मतलब FOG इनवर्स एक्स का इक्वल आ जाएगा x माइनस 7/2 का क्यूब रूट, क्योंकि क्यूब की वैल्यू से यदा क्यूब रूट आ जाएगा। सो आही साडा रिक्वायर्ड इनवर्स है, यही असीं फाइंड करना। ऐसे तरीके असीं इहनूं दूसरे मैथड नाल भी कर सकते हैं। दूसरे मैथड की करते हैं असीं कोई लैट FOG एक्स इक्वल टू वाई लैके एक्स की वैल्यू फाइंड कर लें। आ जी वैल्यू आ गई इनू असीं एक होर फंक्शन लै लेंगे, एच लै लें, ठीक है ना, HR2R एच एक्स इक्वल टू आ फंक्शन आ वैल्यू, ठीक है ना। हम HOFG एक्स फाइंड करांगे तो जी FOGOH वाई फाइंड करांगे, दोहां की वैल्यू इस तरीके ना आएगी जिहदे नाल ये की बन जाएंगे आइडेंटिटी फंक्शन बन जाएंगे। आइडेंटिटी फंक्शन बनना की हो जाएगा एच है जो वो FOG का इनवर्स हो जाएगा, तो आही साडा रिक्वायर्ड इनवर्स यही सी फाइंड करना। सो ये सारा काम असीं बहुत बारी कर चुके हैं। सो आई थिंक तुहानूं इहदे विच कोई समस्या नहीं आएगी, तो जे कोई दिक्कत आएगी तो तुसीं मैनूं पुछ सकदे हो। इसे दे नाल इनवर्स ऑफ द फंक्शन का जिहड़ा साडा टॉपिक सी खत्म हुंदा है। कल नूं असीं नैक्सट टॉपिक स्टार्ट करेंगे।